ਹੈਲੋ ਸਟੂਡੈਂਟਸ, ਕੰਪਿਊਟਰ ਸਿਸਟਮ ਆਰਕੀਟੈਕਚਰ 'ਚ ਆਪਾਂ ਸਟੱਡੀ ਕਰ ਰਹੇ ਸੀ ਮੋਡਸ ਆਫ ਇਨਪੁਟ ਆਊਟਪੁੱਟ ਟ੍ਰਾਂਸਫਰ। ਸੋ ਆਈਓ ਟ੍ਰਾਂਸਫਰ ਦੇ ਆਪਾਂ ਤਿੰਨ ਮੋਡਸ ਦੇਖੇ ਸੀ। ਕਿਹੜੇ ਸਭ ਤੋਂ ਪਹਿਲਾਂ ਸੀ ਪ੍ਰੋਗਰਾਮਡ ਆਈਓ, ਸੈਕੰਡ ਸੀ ਇੰਟਰਪਟ ਇਨੀਸ਼ੀਏਟਡ ਆਈਓ, ਜੋ ਆਪਾਂ ਲਾਸਟ ਲੈਕਚਰ 'ਚ ਦੇਖੇ ਸੀ ਇਹ ਦੋਨੋਂ। ਸੋ ਅੱਜ ਆਪਾਂ ਗੱਲ ਕਰਾਂਗੇ ਥਰਡ ਮੈਥਡ ਦੀ, ਦੈਟ ਇਜ਼ ਡਾਇਰੈਕਟ ਮੈਮਰੀ ਐਕਸੈਸ। ਇਸ ਤੋਂ ਪਹਿਲਾਂ ਦੇਖਦੇ ਹਾਂ ਕਿ ਆਪਾਂ ਜੋ ਪਹਿਲੇ ਦੋ ਮੈਥਡ ਸੀ ਉਹਦੇ ਵਿੱਚ ਕੀ ਕਰਦੇ ਸੀ ਕਿ ਜੋ ਵੀ ਟ੍ਰਾਂਸਫਰ ਹੁੰਦੀ ਹੈ, ਇਨਪੁਟ ਆਊਟਪੁੱਟ ਟ੍ਰਾਂਸਫਰ ਐਕਚੁਅਲ 'ਚ ਕਿੱਥੇ ਹੁੰਦੀ ਹੈ? ਆਈਓ ਡਿਵਾਈਸਿਸ ਐਂਡ ਮੈਮਰੀ 'ਚ। ਕਿਉਂਕਿ ਜੋ ਡਾਟਾ ਹੈ ਉਹ ਡਾਟਾ ਕਿੱਥੇ ਆਉਂਦਾ ਹੈ? ਜਾਂ ਤਾਂ ਮੈਮਰੀ ਜਾਂਦਾ ਹੈ, ਆਈਓ ਡਿਵਾਈਸਿਸ ਤੋਂ ਮੈਮਰੀ ਜਾਂਦਾ ਹੈ, ਜਾਂ ਫਿਰ ਮੈਮਰੀ ਤੋਂ ਆਈਓ ਡਿਵਾਈਸਿਸ 'ਚ ਜਾਂਦਾ ਹੈ। ਸੋ ਜਿਹੜੇ ਪਹਿਲੇ ਦੋ ਮੈਥਡ ਸੀ ਉੱਥੇ ਜਿਹੜੀ ਟ੍ਰਾਂਸਫਰ ਹੈ ਕੌਣ ਹੈਂਡਲ ਕਰਦਾ ਸੀ? CPU। ਯਾਨੀ ਕਿ CPU हैंडल करता सी कि अगर आप ट्रांसफर मैमरी तो आईओ डिवाइसिस करनी है या फिर आईओ डिवाइसिस तो मैमरी च कुछ लैके आना है, तो सारी जी हैंडलिंग है वो कौन करता सी? CPU। तो उस टाइम पर की होंगे, जिस टाइम पर वो ट्रांसफर हो रही है तो CPU भी बिजी हो जाता है, यानी कि CPU कोई होर काम नहीं कर सकता। CPU उस टाइम पर बिजी हो जाता है क्योंकि वो ट्रांसफर है जी कि थ्रू की जाती है? CPU के थ्रू। सो अज जो आप नैक्सट मैथड करांगे वो है डायरैक्ट मैमरी एक्सैस, दैट इज DMA। DMA ਦੇ ਵਿੱਚ ਕੀ ਪ੍ਰਿੰਸੀਪਲ ਯੂਜ਼ ਕੀਤਾ ਗਿਆ ਹੈ ਕਿ CPU ਨੂੰ ਆਪਾਂ ਸਿਰਫ ਸਟਾਰਟਿੰਗ ਤੇ ਇੱਕ ਵਾਰੀ ਯੂਜ਼ ਕਰਾਂਗੇ, ਉਸ ਤੋਂ ਬਾਅਦ ਜਦੋਂ ਐਕਚੁਅਲ 'ਚ ਟ੍ਰਾਂਸਫਰ ਹੋ ਰਹੀ ਹੈ ਉਹ ਡਾਇਰੈਕਟ ਹੋਏਗੀ, ਉਸ ਟਾਈਮ ਤੇ CPU ਨੂੰ ਯੂਜ਼ ਨਹੀਂ ਕਰਾਂਗੇ। CPU ਆਪਣਾ ਕੰਟਰੋਲ ਕਿਸੇ ਹੋਰ ਚੀਜ਼ ਨੂੰ ਦੇ ਦੇਗਾ ਤੇ CPU ਉਸ ਟਾਈਮ ਤੇ ਕੋਈ ਹੋਰ ਕੰਮ ਕਰ ਸਕਦਾ ਹੈ। ਤਾਂ ਉੱਥੇ ਕੀ ਹੋਏਗਾ ਦੇਖੋ, ਆਈਓ ਡਿਵਾਈਸਿਸ ਤੋਂ ਜੋ ਵੀ ਟ੍ਰਾਂਸਫਰ ਹੋ ਰਹੀ ਹੈ ਮੈਮਰੀ 'ਚ ਹੋ ਰਹੀ ਹੈ, ਬਟ ਉਹ ਹੁਣ ਕਿਹਦੇ ਥਰੂ ਹੋਏਗੀ? DMA ਕੰਟਰੋਲਰ ਦੇ ਥਰੂ। ਯਾਨੀ ਕਿ ਕਹਿ ਸਕਦੇ ਹਾਂ ਕਿ ਪ੍ਰੋਸੈਸਰ ਦਾ ਇੱਕ ਸਬ ਸਿਸਟਮ ਪਾਰਟ ਹੋਏਗਾ, ਇੱਕ ਪਾਰਟ ਕਹਿ ਸਕਦੇ ਹਾਂ ਜਿਹਨੂੰ ਆਪਾਂ ਬੋਲਦੇ ਹਾਂ DMA ਕੰਟਰੋਲਰ, ਜੋ ਕਿ ਐਕਚੁਅਲ 'ਚ ਜਿਹੜੀ ਟ੍ਰਾਂਸਫਰ ਹੈ ਉਹਨੂੰ ਹੈਂਡਲ ਕਰੇਗਾ ਤੇ CPU ਸਾਰੀ ਦੀ ਸਾਰੀ ਟ੍ਰਾਂਸਫਰ ਹੈਂਡਲ ਨਹੀਂ ਕਰੇਗਾ। CPU ਸਿਰਫ ਇੱਕ ਵਾਰੀ ਸਟਾਰਟਿੰਗ ਤੇ ਇਨੀਸ਼ੀਏਟ ਕਰੂਗਾ ਕਿ DMA ਕੰਟਰੋਲਰ ਇਹ ਟ੍ਰਾਂਸਫਰ ਕਰ ਸਕਦਾ ਹੈ, ਤੇ ਜਦੋਂ ਟ੍ਰਾਂਸਫਰ ਹੋ ਜਾਏਗੀ ਕੰਪਲੀਟ ਉਸ ਤੋਂ ਬਾਅਦ ਫਿਰ CPU ਉਹ ਟ੍ਰਾਂਸਫਰ ਨੂੰ ਐਂਡ ਕਰੇਗਾ। ਯਾਨੀ ਕਿ ਜੋ ਕਨੈਕਸ਼ਨ ਬਣਿਆ ਉਹਨੂੰ ਸਟਾਰਟ ਵੀ CPU ਕਰ ਰਿਹਾ ਤੇ ਐਂਡ ਵੀ CPU ਕਰ ਰਿਹਾ। ਇਨ ਬਿਟਵੀਨ CPU ਆਪਣਾ ਹੋਰ ਕੋਈ ਕੰਮ ਕਰ ਸਕਦਾ ਹੈ, ਸਿਰਫ ਸਟਾਰਟਿੰਗ ਤੇ ਐਂਡ ਤੇ ਆਪਾਂ ਨੂੰ CPU ਦੀ ਜ਼ਰੂਰਤ ਪੈ ਰਹੀ ਹੈ, बाकी सारी ट्रांसफर है जो डायरैक्ट हो रही है। सो इसी करके आप इन्हें बोलते हैं डायरैक्ट मैमरी एक्सैस। तो इत्थे CPU हर टाइम ते बिजी नहीं है, सो ये एडवांटेज है कि CPU उस टाइम ते कोई होर काम भी कर सकता है। सो देखो, इन दिस टेक्निक मैमरी कैन बी डायरैक्टली एक्सैस्ड बाय IO मॉड्यूल्स। सो ये की है मैमरी डायरैक्टली एक्सैस हो सकती है। पहला वाले मैथड च की हुंदा सी CPU के थ्रू ट्रांसफर हुंदी सी, ਇੱਥੇ ਹੁਣ ਮੈਮਰੀ ਤੇ ਆਈਓ ਡਿਵਾਈਸਿਸ ਡਾਇਰੈਕਟਲੀ ਕਨੈਕਟ ਹੋ ਸਕਦੇ ਨੇ। ਸੋ ਦੈਟ ਇਜ਼ ਦੀ ਆਈਓ ਮੋਡਿਊਲ ਕੈਨ ਸਟੋਰ ਔਰ ਐਕਸਟ੍ਰੈਕਟ ਡਾਟਾ ਇਨ ਔਰ ਫਰੋਮ ਦੀ ਮੈਮਰੀ। ਸੋ ਇੱਥੇ ਆਈਓ ਮੋਡਿਊਲ ਹੈ ਜੋ ਡਾਇਰੈਕਟਲੀ ਮੈਮਰੀ 'ਚ ਡਾਟਾ ਸਟੋਰ ਵੀ ਕਰ ਸਕਦਾ ਹੈ ਤੇ ਮੈਮਰੀ ਤੋਂ ਡਾਟਾ ਐਕਸਟ੍ਰੈਕਟ ਵੀ ਕਰ ਸਕਦੇ ਨੇ। ਸੋ ਇਟ ਅਲਾਉਜ਼ ਸਰਟਨ ਹਾਰਡਵੇਅਰ ਸਬਸਿਸਟਮ within a computer to access the system memory for reading and or writing independently of the CPU। ਸੋ ਇਹਦੇ ਵਿੱਚ ਕੀ ਹੈ ਕਿ ਇੱਕ ਸਬ ਸਿਸਟਮ ਯੂਜ਼ ਕੀਤਾ ਜਾਏਗਾ, ਹਾਰਡਵੇਅਰ ਸਬ ਸਿਸਟਮ ਕਹਿ ਸਕਦੇ ਹਾਂ, ਜਿਹੜਾ ਕਿ ਡਾਇਰੈਕਟਲੀ ਜੋ ਟ੍ਰਾਂਸਫਰ ਨੂੰ ਹੈਂਡਲ ਕਰ ਸਕਦਾ ਹੈ। ਉਸ ਸਬ ਸਿਸਟਮ ਨੂੰ ਆਪਾਂ ਕੀ ਬੋਲਾਂਗੇ? DMA ਕੰਟਰੋਲਰ, that is direct memory access controller। So the transfer of data between the fast storage device such as a magnetic disk and memory is often limited by the speed of the CPU। ਸੋ ਜਿਹੜੀ ਟ੍ਰਾਂਸਫਰ ਹੈ ਪਹਿਲਾਂ CPU ਦੇ ਥਰੂ ਹੁੰਦੀ ਸੀ, ਜਿਹਦੇ ਕਰਕੇ ਕੀ ਹੈ ਉਹਦੀ ਸਪੀਡ ਘਟ ਜਾਂਦੀ ਸੀ, ਕਿਉਂਕਿ ਜੋ ਡਾਟਾ ਹੈ ਉਹ ਪਹਿਲਾਂ CPU ਕੋਲ ਆਉਂਦਾ ਸੀ ਫਿਰ ਆਈਓ ਡਿਵਾਈਸਿਸ 'ਚ ਜਾਂਦਾ ਸੀ, ਜਾਂ ਫਿਰ ਕਹਿ ਲਓ ਆਈਓ ਡਿਵਾਈਸਿਸ ਤੋਂ ਪਹਿਲਾਂ CPU 'ਚ ਆਉਂਦਾ ਸੀ ਫਿਰ ਮੈਮਰੀ 'ਚ ਜਾਂਦਾ ਸੀ। ਸੋ ਇਸ ਕਰਕੇ ਉਹ ਜਿਹੜੀ ਟ੍ਰਾਂਸਫਰ ਸਪੀਡ ਹੈ ਘਟ ਜਾਂਦੀ ਸੀ। ਸੋ ਰਿਮੂਵਿੰਗ ਦੀ CPU ਫਰੋਮ ਦੀ ਪਾਥ ਐਂਡ ਲੈਟਿੰਗ ਦੀ peripheral devices to interact directly which would obviously improve the speed of transfer। ਸੋ ਹੁਣ ਕੀ ਹੈ, ਡਾਇਰੈਕਟ ਮੈਮਰੀ ਐਕਸੈਸ 'ਚ ਆਪਾਂ CPU ਨੂੰ ਵਿੱਚੋਂ ਕੱਢਤਾ ਹੈ ਤੇ ਡਾਇਰੈਕਟਲੀ ਜੋ ਟ੍ਰਾਂਸਫਰ ਹੋ ਰਹੀ ਹੈ ਹੁਣ ਮੈਮਰੀ ਤੇ ਆਈਓ ਡਿਵਾਈਸਿਸ 'ਚ। this transfer technique is called direct memory access। ਸੋ ਇਹਨੂੰ ਆਪਾਂ ਡਾਇਰੈਕਟ ਮੈਮਰੀ ਐਕਸੈਸ ਬੋਲਦੇ ਹਾਂ। ਇਹਦੇ ਵਿੱਚ ਦੇਖੋ ਕਿਹੜੇ ਆਪਾਂ ਕਿਸ ਵੇ 'ਚ ਇਹਨੂੰ ਆਪਰੇਟ ਕਰਦੇ ਹਾਂ DMA ਨੂੰ। ਸੋ when an IO is requested, ਜਦੋਂ ਵੀ ਕੋਈ ਇਨਪੁਟ ਜਾਂ ਆਊਟਪੁੱਟ ਦੀ ਕੋਈ ਰਿਕੁਐਸਟ ਆਉਂਦੀ ਹੈ, CPU instructed the DMA module about the operation providing the information। CPU ਕੀ ਕਰਦਾ ਹੈ? DMA ਮੋਡਿਊਲ ਨੂੰ ਇੰਸਟਰਕਟ ਕਰਦਾ ਹੈ, ਯਾਨੀ ਕਿ CPU ਪਹਿਲਾਂ DMA ਕੰਟਰੋਲਰ ਨੂੰ ਰਿਕੁਐਸਟ ਕਰੇਗਾ ਸੋ which operation is to be performed। ਕੀ ਆਪਰੇਸ਼ਨ ਪਰਫਾਰਮ ਕਰਨਾ ਹੈ, ਆਪਾਂ ਨੇ ਇਨਪੁਟ ਕਰਨੀ ਹੈ ਜਾਂ ਆਊਟਪੁੱਟ ਕਰਨੀ ਹੈ। ਦੀ ਐਡਰੈਸ ਆਫ ਆਈਓ ਡਿਵਾਈਸ ਵਿਚ ਇਜ਼ ਟੂ ਬੀ ਯੂਜ਼ਡ। ਸੋ ਅਲੱਗ-ਅਲੱਗ ਡਿਵਾਈਸਿਸ ਹੁੰਦੀਆਂ ਨੇ, ਕੋਈ ਵੀ ਜਿਹੜੀ ਡਿਵਾਈਸ ਆਪਾਂ ਯੂਜ਼ ਕਰਨੀ ਹੈ ਉਸ ਪਾਰਟਿਕੂਲਰ ਆਪਰੇਸ਼ਨ ਤੇ ਉਹਦਾ ਐਡਰੈਸ ਦੱਸਿਆ ਜਾਏਗਾ।
ਸਟਾਰਟਿੰਗ ਲੋਕੇਸ਼ਨ ਔਨ ਦੀ ਮੈਮਰੀ ਵੇਅਰ ਇਨਫੋਰਮੇਸ਼ਨ ਵਿਲ ਬੀ ਰੀਡ ਔਰ ਰਿਟਨ ਇਨਟੂ। ਮੈਮਰੀ ਦੇ ਵਿੱਚ ਉਹ ਲੋਕੇਸ਼ਨ ਦਾ ਐਡਰੈਸ ਦੱਸਿਆ ਜਾਏਗਾ ਜਿੱਥੇ ਆਪਰੇਸ਼ਨ ਪਰਫਾਰਮ ਕਰਨਾ ਹੈ। ਐਂਡ ਨੰਬਰ ਆਫ ਵਰਡਸ ਟੂ ਬੀ ਰਿਟਨ ਔਰ ਟੂ ਬੀ ਰੀਡ। ਕਿੰਨੇ ਨੰਬਰ ਆਫ ਵਰਡਸ ਨੇ, ਕਿੰਨਾ ਡਾਟਾ ਹੈ ਜੋ ਰੀਡ ਕਰਨਾ ਹੈ ਜਾਂ ਰਾਈਟ ਕਰਨਾ ਹੈ। ਸੋ ਇਹ ਸਾਰੀ ਇਨਫੋਰਮੇਸ਼ਨ CPU ਕਿਹਨੂੰ ਦੇਗਾ? DMA ਮੋਡਿਊਲ ਨੂੰ। Then DMA module transfer the requested block byte by byte directly to the memory without intervening the CPU। ਹੁਣ DMA module ਕੀ ਕਰੂਗਾ? ਜਿਹੜਾ ਵੀ ਬਲੋਕ ਹੈ ਜੋ ਆਪਾਂ ਨੇ ਡਾਟਾ ਟ੍ਰਾਂਸਫਰ ਕਰਨਾ ਉਹਨੂੰ ਆਪਾਂ ਸਾਰੇ ਦੇ ਸਾਰੇ ਨੂੰ ਬਲੋਕ ਬੋਲਦੇ ਆ, ਤੇ ਉਹਦੇ ਚ ਜਿਹੜਾ ਡਾਟਾ ਟ੍ਰਾਂਸਫਰ ਹੁੰਦਾ ਉਹ ਬਾਈਟ ਬਾਈ ਬਾਈਟ ਹੁੰਦਾ ਹੈ ਜਾਂ ਕਹਿ ਲਓ ਵਰਡ ਬਾਈ ਵਰਡ ਹੁੰਦਾ ਹੈ, ਡਾਇਰੈਕਟਲੀ ਟੂ ਦੀ ਮੈਮਰੀ ਵਿਦਆਊਟ ਇੰਟਰਵੀਨਿੰਗ ਦੀ CPU। ਸੋ ਇਹਦੇ ਵਿੱਚ CPU ਹੁਣ ਇੰਟਰਵੀਨ ਨਹੀਂ ਕਰ ਰਿਹਾ, CPU ਨੇ ਸਿਰਫ ਇੱਕ ਵਾਰੀ ਸਟਾਰਟ ਕਰਤੀ ਹੈ ਪ੍ਰੋਸੈਸ, ਉਸ ਤੋਂ ਬਾਅਦ ਸਾਰਾ ਕੰਮ ਕੌਣ ਦੇਖ ਰਿਹਾ? DMA ਮੋਡਿਊਲ। So on the completion of request, DMA module sends an interrupt signal to CPU। So ਜਦੋਂ ਹੁਣ ਉਸ ਤੋਂ ਬਾਅਦ ਜਦੋਂ ਡਾਟਾ ਸਾਰਾ ਟ੍ਰਾਂਸਫਰ ਹੋ ਗਿਆ ਹੈ ਉਸ ਤੋਂ ਬਾਅਦ ਫਿਰ DMA module ਕੀ ਕਰੂਗਾ? CPU ਨੂੰ ਇੱਕ ਇੰਟਰਪਟ ਸਿਗਨਲ ਜਨਰੇਟ ਕਰੇਗਾ ਜਿਹਦੇ ਨਾਲ ਕੀ ਹੈ CPU ਨੂੰ ਪਤਾ ਲੱਗ ਜਾਏਗਾ ਕਿ ਜੋ ਟ੍ਰਾਂਸਫਰ ਹੈ ਉਹ ਐਂਡ ਹੋ ਚੁੱਕੀ ਹੈ, ਤੇ ਉਸ ਤੋਂ ਬਾਅਦ CPU ਜਿਹੜਾ ਪ੍ਰੋਸੈਸ ਨੂੰ ਖਤਮ ਕਰ ਸਕਦਾ ਹੈ। ਸੋ ਇਸ ਕਰਕੇ CPU ਸਿਰਫ ਇੱਥੇ ਕਿੱਥੇ ਯੂਜ਼ ਹੋ ਰਿਹਾ ਹੈ? ਸਿਰਫ ਸਟਾਰਟਿੰਗ ਤੇ ਐਂਡ ਤੇ। ਇਨ ਬਿਟਵੀਨ ਸਾਰੀ ਪ੍ਰੋਸੈਸਿੰਗ ਹੈ ਜੋ ਕੌਣ ਦੇਖ ਰਿਹਾ? DMA ਮੋਡਿਊਲ ਜਾਂ ਕਹਿ ਸਕਦੇ ਹਾਂ DMA ਕੰਟਰੋਲਰ। So in DMA, the CPU involvement that can be restricted at the beginning and end of the transfer। So ਇੱਥੇ CPU ਦੀ ਇਨਵੋਲਵਮੈਂਟ ਸਿਰਫ ਸਟਾਰਟਿੰਗ ਦੇ ਵਿੱਚ ਹੋ ਰਹੀ ਹੈ ਤੇ ਐਂਡ ਤੇ ਯੂਜ਼ ਹੋ ਰਹੀ ਹੈ। At that time CPU may execute another program or another part of the same program। ਤੇ ਜਿਹੜਾ in between time ਹੈ ਜਦੋਂ ਡਾਟਾ ਟ੍ਰਾਂਸਫਰ ਹੋ ਰਿਹਾ ਹੈ ਯੂਜ਼ਿੰਗ DMA ਮੋਡਿਊਲ, ਉਸ ਟਾਈਮ ਤੇ CPU ਕੋਈ ਹੋਰ ਕੰਮ ਕਰ ਸਕਦਾ ਹੈ ਜਾਂ ਫਿਰ ਉਸੇ ਸੇਮ ਪ੍ਰੋਗਰਾਮ ਦਾ ਕੋਈ ਹੋਰ ਪਾਰਟ ਵੀ ਐਗਜ਼ੀਕਿਊਟ ਕਰ ਸਕਦਾ ਹੈ। ਸੋ ਇਸ ਕਰਕੇ CPU ਉਸ ਟਾਈਮ ਤੇ ਫ੍ਰੀ ਹੈ। ਸੋ ਇਹਦੇ ਵਿੱਚ ਦੇਖੋ ਕੀ ਯੂਜ਼ ਹੋ ਰਿਹਾ ਹੈ, ਇਹਦਾ ਮੇਨ ਪ੍ਰਿੰਸੀਪਲ ਕੀ ਹੈ? ਸੋ DMA ਇਜ਼ ਵਨ ਆਫ ਦੀ ਮੋਸਟ ਇੰਪੋਰਟੈਂਟ ਫੀਚਰ ਆਫ ਆਲ ਦੀ ਮਾਡਰਨ ਕੰਪਿਊਟਰਸ। ਸੋ ਅੱਜਕੱਲ ਸਭ ਤੋਂ ਜ਼ਿਆਦਾ ਯੂਜ਼ ਹੋ ਰਿਹਾ ਹੈ। ਇਟ ਇਜ਼ ਅਲਾਉਜ਼ ਡਿਵਾਈਸਿਸ ਟੂ ਟ੍ਰਾਂਸਫਰ ਦੀ ਡਾਟਾ ਵਿਦਆਊਟ ਸਬਜੈਕਟਿੰਗ ਦੀ CPU ਟੂ ਏ ਹੈਵੀ ਓਵਰਹੈਡ। ਸੋ ਇਹਦੇ ਵਿੱਚ ਕੀ ਹੈ? ਆਪਾਂ ਡਾਇਰੈਕਟਲੀ ਡਾਟਾ ਟ੍ਰਾਂਸਫਰ ਕਰ ਸਕਦੇ ਹਾਂ, CPU ਦਾ ਓਵਰਹੈਡ ਇਹਦੇ ਵਿੱਚ ਨਹੀਂ ਹੋਏਗਾ, ਯਾਨੀ ਕਿ CPU ਨੂੰ ਇੰਟਰਵੀਨ ਕਰਨ ਦੀ ਜ਼ਰੂਰਤ ਨਹੀਂ ਹੈ, CPU ਆਪਣਾ ਕੋਈ ਹੋਰ ਕੰਮ ਕਰ ਸਕਦਾ ਹੈ। So otherwise the CPU would have to copy each piece of the data from the source to destination। ਜੋ ਪਹਿਲਾ ਮੈਥਡ ਕੀਤੇ ਸੀ ਉਹਦੇ ਚ ਕੀ ਹੁੰਦਾ ਸੀ? CPU ਨੂੰ ਬਾਈਟ ਬਾਈ ਬਾਈਟ ਵਰਡ ਬਾਈ ਵਰਡ ਜੋ ਡਾਟਾ ਹੈ ਉਹ ਪਹਿਲਾਂ ਆਪਣੇ ਰਜਿਸਟਰਸ ਚ ਕਾਪੀ ਕਰਨਾ ਪੈਂਦਾ ਸੀ, ਦੈਨ ਡੈਸਟੀਨੇਸ਼ਨ ਤੇ ਲੈ ਕੇ ਜਾਂਦਾ ਸੀ। This is typically slower than copying normal blocks of memory since access to IO devices over a peripheral bus is generally slower than normal system RAM। ਸੋ ਇਸ ਪ੍ਰੋਸੈਸ 'ਚ ਕੀ ਹੈ? ਕਾਫੀ ਜੋ ਟ੍ਰਾਂਸਫਰ ਹੈ ਉਹ ਸਲੋ ਹੋ ਜਾਂਦੀ ਸੀ ਕਿਉਂਕਿ ਪਹਿਲਾਂ ਸਾਰਾ ਡਾਟਾ CPU 'ਚ ਆਉਂਦਾ ਸੀ, ਫਿਰ ਉਸ ਤੋਂ ਬਾਅਦ ਸੋਰਸ ਤੋਂ ਪਹਿਲਾਂ CPU 'ਚ ਆਉਂਦਾ ਸੀ, ਦੈਨ ਡੈਸਟੀਨੇਸ਼ਨ ਤੇ ਜਾਂਦਾ ਸੀ। ਸੋ ਡਿਊਰਿੰਗ ਦਿਸ ਟਾਈਮ ਦੀ CPU would be unavailable for any other task involving CPU bus access। ਸੋ ਇਹਦੇ ਵਿੱਚ ਕੀ ਹੈ? ਉਸ ਟਾਈਮ ਤੇ CPU ਅਨਅਵੇਲੇਬਲ ਹੁੰਦਾ ਸੀ, ਯਾਨੀ ਕਿ CPU ਉਸ ਟਾਈਮ ਤੇ ਬਿਜ਼ੀ ਹੋ ਜਾਂਦਾ ਸੀ। ਬਟ ਇਟ ਕੈਨ ਕੰਟੀਨਿਊ ਟੂ ਵਰਕ ਔਨ ਐਨੀ ਵਰਕ ਵਿਚ ਡਜ਼ਨਟ ਰਿਕੁਆਇਰ ਬਸ ਐਕਸੈਸ। CPU ਸਿਰਫ ਉਹਨਾਂ ਲਈ ਬਿਜ਼ੀ ਹੁੰਦਾ ਸੀ ਜਿੱਥੇ ਆਪਾਂ ਨੂੰ CPU ਦੀ ਬੱਸ ਦੀ ਜ਼ਰੂਰਤ ਹੁੰਦੀ ਸੀ, ਬਟ CPU ਜਿੱਥੇ ਬੱਸ ਦੀ ਜ਼ਰੂਰਤ ਨਹੀਂ ਹੈ, ਜਿੱਥੇ CPU ਬੱਸ ਦੀ ਜ਼ਰੂਰਤ ਨਹੀਂ ਹੈ ਉੱਥੇ CPU ਆਪਣਾ ਹੋਰ ਕੋਈ ਕੰਮ ਕਰ ਸਕਦਾ ਸੀ। So a DMA transfer essentially copies a block of memory from one device to another device। While the CPU initiates the transfer, it doesn't execute the transfer itself। So ਇਹਦੇ 'ਚ ਕੀ ਹੈ? DMA ਕੀ ਕਰਦਾ ਹੈ? block of memory ਨੂੰ ਪਹਿਲਾਂ ਕਾਪੀ ਕਰਦਾ ਆਪਣੇ 'ਚ, then one device to another device। While the CPU initiate the transfer, it doesn't execute the transfer itself। CPU ਕੀ ਕਰਦਾ ਹੈ? ਸਿਰਫ ਟ੍ਰਾਂਸਫਰ ਨੂੰ ਇਨੀਸ਼ੀਏਟ ਕਰ ਰਿਹਾ ਹੈ, ਐਕਚੁਅਲ 'ਚ ਕੋਈ ਵੀ ਟ੍ਰਾਂਸਫਰ ਨਹੀਂ ਕਰ ਰਿਹਾ। CPU ਸਿਰਫ ਟ੍ਰਾਂਸਫਰ ਨੂੰ ਸਟਾਰਟ ਕਰ ਰਿਹਾ ਹੈ ਤੇ ਐਂਡ ਤੇ ਉਹਨੂੰ ਸਟਾਪ ਕਰੇਗਾ। ਬਾਕੀ ਜਿਹੜੇ ਟ੍ਰਾਂਸਫਰ ਹੈ ਉਹ ਡਾਇਰੈਕਟਲੀ DMA ਕੰਟਰੋਲਰ ਹੈਂਡਲ ਕਰ ਰਿਹਾ ਹੈ, ਜਿੱਦਾਂ ਕਿ ਆਪਾਂ ਡਾਇਗਰਾਮ ਦੇ ਵਿੱਚ ਵੀ ਦੇਖਿਆ ਹੈ। ਸੋ ਦੇਖੋ CPU ਪਹਿਲਾਂ ਕੀ ਕਰ ਰਿਹਾ ਹੈ? DMA ਕੰਟਰੋਲਰ ਨੂੰ ਰਿਕੁਐਸਟ ਕਰੇਗਾ ਕਿ ਸਾਰੀ ਇਨਫੋਰਮੇਸ਼ਨ ਇਹਨੂੰ ਦੇਗਾ ਕਿ ਕੀ ਪ੍ਰੋਸੈਸ ਕਰਨਾ ਹੈ, ਇਨਪੁਟ ਕਰਨੀ ਹੈ ਜਾਂ ਆਊਟਪੁਟ ਕਰਨਾ ਹੈ, ਕਿਹੜੀ ਡਿਵਾਈਸ ਤੋਂ ਕਰਨਾ ਹੈ, ਮੈਮਰੀ 'ਚ ਕਿੱਥੇ ਉਹ ਡਾਟਾ ਰੀਡ ਕਰਨਾ ਹੈ ਜਾਂ ਰਾਈਟ ਕਰਨਾ ਹੈ। ਉਸ ਤੋਂ ਬਾਅਦ ਸਾਰੀ ਜਿਹੜੀ ਟ੍ਰਾਂਸਫਰ ਹੈ ਉਹ ਕੌਣ ਕਰੂਗਾ? DMA ਕੰਟਰੋਲਰ। ਯਾਨੀ ਕਿ DMA ਕੰਟਰੋਲਰ ਮੈਮਰੀ ਤੇ IO ਡਿਵਾਈਸਿਸ ਦੇ ਵਿੱਚ ਡਾਇਰੈਕਟਲੀ ਟ੍ਰਾਂਸਫਰ ਕਰ ਸਕਦਾ ਹੈ। ਉਸ ਟਾਈਮ ਤੇ CPU ਯੂਜ਼ ਨਹੀਂ ਹੋਊਗਾ, CPU ਸਿਰਫ ਟ੍ਰਾਂਸਫਰ ਨੂੰ ਸਟਾਰਟ ਕਰ ਰਿਹਾ ਤੇ ਐਂਡ ਕਰ ਰਿਹਾ। ਨੈਕਸਟ ਹੈ DMA ਦੇ ਵਿੱਚ ਵੀ ਆਪਾਂ ਦੋ ਤਰ੍ਹਾਂ ਦੇ ਮੋਡ ਯੂਜ਼ ਕਰ ਸਕਦੇ ਹਾਂ ਫਰਦਰ। There are two working modes of data transfer that are burst transfer mode and cycle stealing mode। burst transfer mode ਦੇ ਵਿੱਚ ਕੀ ਹੈ ਕਿ ਸਾਰੇ ਦਾ ਸਾਰਾ ਡਾਟਾ ਆਪਾਂ ਇਕੱਠਾ DMA ਟ੍ਰਾਂਸਫਰ ਕਰਦਾ ਹੈ। In DMA burst transfer, a block sequence consisting of a number of memory words
ਕਿਉਂਕਿ ਜੋ ਡਾਟਾ ਹੈ ਉਹ ਡਾਟਾ ਨੂੰ ਸਾਰੇ ਨੂੰ ਆਪਾਂ ਕੀ ਬੋਲਦੇ ਹਾਂ, ਬਲੋਕ ਬੋਲਦੇ ਹਾਂ, ਤੇ ਉਸ ਬਲੋਕ ਆਫ ਡਾਟਾ ਦੇ ਵਿੱਚ ਕੀ ਹੁੰਦਾ ਹੈ, ਨੰਬਰ ਆਫ ਮੈਮਰੀ ਵਰਡਸ ਹੁੰਦੇ ਨੇ ਜੋ ਕਿ ਵਰਡ ਬਾਈ ਵਰਡ ਟ੍ਰਾਂਸਫਰ ਹੁੰਦੇ ਨੇ। ਇਸ ਟ੍ਰਾਂਸਫਰ ਇਨ ਏ ਕੰਟੀਨਿਊਸ ਬਰਸਟ ਵਾਈਲ ਦੀ ਡੀਐਮਏ ਕੰਟਰੋਲਰ ਇਜ਼ ਮਾਸਟਰ ਆਫ ਦੀ ਮੈਮਰੀ ਬਸਿਸ। ਸੋ ਬਰਸਟ ਮੋਡ ਦੇ ਵਿੱਚ ਕੀ ਹੈ, ਸਾਰੇ ਦਾ ਸਾਰਾ ਡਾਟਾ ਇਕੱਠਾ ਹੀ ਕੰਟੀਨਿਊਸਲੀ ਟ੍ਰਾਂਸਫਰ ਹੁੰਦਾ ਹੈ। This mode of transfer is needed for fast devices such as magnetic disk, where data transmission can be stopped or slowed down until an entire block is transferred. So ਇਹ ਵਾਲੀ ਜਿਹੜੀ ਟ੍ਰਾਂਸਫਰ ਹੈ ਬਰਸਟ ਟ੍ਰਾਂਸਫਰ ਮੋਡ, ਇਹ ਆਪਾਂ ਉੱਥੇ ਯੂਜ਼ ਕਰਦੇ ਹਾਂ ਜਿੱਥੇ ਜ਼ਿਆਦਾ ਫਾਸਟ ਡਿਵਾਈਸਿਸ ਯੂਜ਼ ਹੋ ਰਹੀਆਂ ਨੇ ਤੇ ਜਿੱਥੇ ਆਪਾਂ ਇਨ ਬਿਟਵੀਨ ਟ੍ਰਾਂਸਫਰ ਨੂੰ ਨਹੀਂ ਰੋਕ ਸਕਦੇ। ਸੋ ਉੱਥੇ ਬਰਸਟ ਟ੍ਰਾਂਸਫਰ ਮੋਡ ਯੂਜ਼ ਹੋਏਗਾ। ਨੈਕਸਟ ਮੋਡ ਹੈ ਸਾਈਕਲ ਸਟੀਲਿੰਗ ਮੋਡ। In cycle stealing allows the DMA controller to transfer one data word at a time. ਇਹਦੇ ਵਿੱਚ ਕੀ ਹੁੰਦਾ ਹੈ, ਪਹਿਲਾਂ ਇੱਕ ਡਾਟਾ ਵਰਡ ਟ੍ਰਾਂਸਫਰ ਹੋਏਗਾ, after which it must return control of buses to the CPU. ਉਸ ਤੋਂ ਬਾਅਦ ਜਿਹੜਾ ਇਹ ਕੰਟਰੋਲ ਹੈ ਦੁਬਾਰਾ ਕਿਹਦੇ ਕੋਲ ਚਲਾ ਜਾਏਗਾ, CPU ਕੋਲ ਚਲਾ ਜਾਏਗਾ। Then the CPU merely delays its operation for one memory cycle to allow the direct memory IO transfer to steal one memory cycle. ਉਸ ਤੋਂ ਬਾਅਦ ਕੀ ਹੈ, CPU ਇੱਕ ਹੋਰ ਸਾਈਕਲ ਉਹਨੂੰ ਪ੍ਰੋਵਾਈਡ ਕਰੇਗਾ ਡੀਐਮਏ ਕੰਟਰੋਲਰ ਨੂੰ, ਯਾਨੀ ਕਿ ਇਹ ਚ ਕੀ ਹੈ, ਸਾਈਕਲ ਬਾਈ ਸਾਈਕਲ CPU ਆਪਣਾ ਕੰਟਰੋਲ ਪ੍ਰੋਵਾਈਡ ਕਰੇਗਾ ਡੀਐਮਏ ਕੰਟਰੋਲਰ ਨੂੰ, ਦੈਨ ਵਰਡ ਬਾਈ ਵਰਡ ਉੱਥੇ ਡਾਟਾ ਟ੍ਰਾਂਸਫਰ ਹੋਏਗੀ। ਸੋ ਇਟ ਇਜ਼ ਕਾਮਨਲੀ ਯੂਜ਼ਡ ਡਿਊਰਿੰਗ ਸਲੋ ਪੈਰੀਫਰਲ ਡਿਵਾਈਸਿਸ ਕਮਿਊਨੀਕੇਸ਼ਨ ਵਿਦ ਮੈਮਰੀ। ਸੋ ਇਹ ਸਲੋ ਡਿਵਾਈਸਿਸ ਦੇ ਵਿੱਚ ਯੂਜ਼ ਹੋਏਗਾ ਸਾਈਕਲ ਸਟੀਲਿੰਗ। ਇਹਦੇ ਵਿੱਚ ਕੀ ਹੈ ਕਿ ਡੀਐਮਏ ਕੰਟਰੋਲਰ ਪਹਿਲਾਂ ਰਿਕੁਐਸਟ ਕਰੂਗਾ, CPU ਤੋਂ ਰਿਕੁਐਸਟ ਲਏਗਾ, ਕੰਟਰੋਲ ਲਏਗਾ, ਦੈਨ ਇੱਕ ਵਰਡ ਟ੍ਰਾਂਸਫਰ ਹੋ ਜਾਏਗਾ, ਉਸ ਤੋਂ ਬਾਅਦ ਦੁਬਾਰਾ ਕੰਟਰੋਲ ਕਿਹਦੇ ਕੋਲ ਆ ਜਾਊਗਾ, CPU ਕੋਲ। ਫਿਰ ਦੁਬਾਰਾ ਡੀਐਮਏ ਕੋਲ ਕੰਟਰੋਲ ਆਊਗਾ ਇੱਕ ਸਾਈਕਲ ਵਾਸਤੇ, ਥੋੜੇ ਟਾਈਮ ਵਾਸਤੇ, ਫਿਰ ਇੱਕ ਵਾਰ ਟ੍ਰਾਂਸਫਰ ਹੋਏਗਾ, ਦੈਨ ਫਿਰ ਕੰਟਰੋਲ ਕਿਹਦੇ ਕੋਲ ਆ ਜਾਊਗਾ, CPU ਕੋਲ। ਯਾਨੀ ਕਿ ਇਹਦੇ ਵਿੱਚ ਕੀ ਹੈ, ਬਾਰ-ਬਾਰ CPU ਤੋਂ ਕੰਟਰੋਲ ਲੈ ਰਿਹਾ, ਯਾਨੀ ਕਿ ਬਾਰ-ਬਾਰ ਉਹ ਤੋਂ ਇੱਕ ਵਨ ਬਾਈ ਵਨ ਸਾਈਕਲ ਲੈ ਰਿਹਾ। ਸੋ ਇਸ ਕਰਕੇ ਇਸ ਮੋਡ ਦਾ ਨਾਮ ਰੱਖਿਆ ਸਾਈਕਲ ਸਟੀਲਿੰਗ ਮੋਡ। ਸੋ ਇਹ ਸੀ ਡੀਐਮਏ ਕੰਟਰੋਲਰ। ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਏਗਾ ਇਹ। ਥੈਂਕ ਯੂ।